ਸਮੇਂ ਦੀ ਗੱਲ ਹੈ। ਇੱਕ ਵਿਆਹਿਆ ਹੋਇਆ ਜੋੜਾ ਸੀ। ਹਾਲਾਂਕਿ ਉਹਨਾਂ ਨੂੰ ਇੱਕ ਬੱਚਾ ਚਾਹੀਦਾ ਸੀ, ਪਰ ਉਹਨਾਂ ਦੇ ਲਈ ਇਹ ਮੁਮਕਿਨ ਨਹੀਂ ਸੀ। ਇੱਕ ਦਿਨ ਉਹਦੀ ਘਰਵਾਲੀ ਇੱਕ ਡੈਣ ਦੇ ਕੋਲ ਗਈ ਅਤੇ ਉਹਨੇ ਉਹਨੂੰ ਕਿਹਾ ਕਿ ਉਹਨੂੰ ਇੱਕ ਬੱਚਾ ਚਾਹੀਦਾ ਹੈ। ਉਦਾਸ ਨਾ ਹੋ ਮੇਰੀ ਧੀਏ, ਜਿੱਥੇ ਚਾਹ ਹੈ ਉੱਥੇ ਹੀ ਰਾਹ ਹੈ। ਇਹ ਬੀਜ ਲੈ ਜਾ ਅਤੇ ਇੱਕ ਗਮਲੇ ਵਿੱਚ ਲਾ ਦੇਵੀਂ, ਅਤੇ ਫਿਰ ਤੈਨੂੰ ਕੁਝ ਹੈਰਾਨ ਹੋਣ ਵਾਲਾ ਨਜ਼ਰ ਆਵੇਗਾ। ਉਹਦੀ ਘਰਵਾਲੀ ਬਹੁਤ ਖੁਸ਼ ਹੋਈ ਅਤੇ ਡੈਣ ਦਾ ਸ਼ੁਕਰੀਆ ਅਦਾ ਕਰਨ ਲੱਗੀ। ਬਦਲੇ ਵਿੱਚ ਉਹਨੇ ਡੈਣ ਨੂੰ ਕੁਝ ਪੈਸੇ ਦਿੱਤੇ। ਉਹ ਘਰ ਗਈ ਅਤੇ ਉਹਨੇ ਬੀਜ ਨੂੰ ਗਮਲੇ ਵਿੱਚ ਲਾ ਦਿੱਤਾ। ਇੱਕ ਉਮੀਦ ਦੇ ਨਾਲ ਉਹ ਉਸ ਗਮਲੇ ਦੇ ਕੋਲ ਬੈਠੀ ਰਹਿੰਦੀ ਸੀ। ਛੇਤੀ ਇੱਕ ਵੱਡਾ ਟੁਲਿਪ ਵਰਗਾ ਫੁੱਲ ਉਸ ਪੌਦੇ ਤੇ ਖਿੜਨ ਲੱਗਾ। ਉਸੇ ਵੇਲੇ ਘਰਵਾਲੀ ਨੇ ਆਪਣੇ ਮਨ ਵਿੱਚ ਸੋਚਿਆ, ਕਿੰਨਾ ਸੋਹਣਾ ਫੁੱਲ ਹੈ, ਅਤੇ ਉਹਦੀ ਬੰਦ ਪੰਖੜੀਆਂ ਦੇ ਕੋਲ ਜਾ ਕੇ ਉਹਨੂੰ ਚੁੰਮ ਲਿੱਤਾ। ਜਿਵੇਂ ਪੰਖੜੀਆਂ ਖੁੱਲਣ ਲੱਗੀਆਂ, ਉਹਦੇ ਵਿੱਚ ਇੱਕ ਨਿੱਕੀ ਬੱਚੀ ਬੈਠੀ ਹੋਈ ਨਜ਼ਰ ਆਉਣ ਲੱਗੀ। ਹੈਰਾਨ ਹੋ ਕੇ ਘਰਵਾਲੀ ਨੇ ਉਸ ਨਿੱਕੀ ਬੱਚੀ ਨੂੰ ਆਪਣੀ ਗੋਦ ਵਿੱਚ ਚੱਕ ਲਿਆ। ਕਿੰਨੀ ਨਿੱਕੀ ਬੱਚੀ ਹੈ ਤੂੰ। ਤੇਰਾ ਨਾਂ ਥੰਬਲੀਨਾ ਹੋਣਾ ਚਾਹੀਦਾ ਹੈ। ਉਸ ਜਨਾਨੀ ਨੇ ਥੰਬਲੀਨਾ ਦਾ ਪੰਘੂੜਾ ਅਖਰੋਟ ਨਾਲ, ਉਹਦਾ ਗੱਦਾ ਪੱਤਿਆਂ ਨਾਲ ਅਤੇ ਉਹਦਾ ਕੰਬਲ ਗੁਲਾਬ ਦੀ ਪੰਖੜੀਆਂ ਨਾਲ ਬਣਾਇਆ। ਥੰਬਲੀਨਾ ਬੜੀ ਆਸਾਨੀ ਨਾਲ ਆਪਣੇ ਨਵੇਂ ਜੀਵਨ ਦੇ ਮੁਤਾਬਕ ਢਲ ਗਈ। ਰਾਤ ਵਿੱਚ ਉਹ ਆਪਣੇ ਬੈੱਡ ਤੇ ਸੌਂਦੀ ਸੀ ਅਤੇ ਦਿਨ ਵਿੱਚ ਉਹ ਟੇਬਲ ਤੇ ਖੇਡਦੀ ਅਤੇ ਗਾਣਾ ਗਾਉਂਦੀ ਰਹਿੰਦੀ। ਇੱਕ ਰਾਤ ਜਦੋਂ ਥੰਬਲੀਨਾ ਆਪਣੇ ਬੈੱਡ ਤੇ ਸੁੱਤੀ ਹੋਈ ਸੀ, ਇੱਕ ਬਦਸੂਰਤ ਡੱਡੂ ਖਿੜਕੀ ਤੇ ਆ ਕੇ ਬਹਿ ਗਿਆ। ਉਹਨੇ ਵੇਖਿਆ ਕਿ ਇੱਕ ਨਿੱਕੀ ਬੱਚੀ ਅਖਰੋਟ ਦੇ ਛਿਲਕੇ ਉੱਤੇ ਸੁੱਤੀ ਪਈ ਹੈ। ਰੈਬਿਟ, ਓਹ ਕਿੰਨੀ ਛੋਟੀ ਤੇ ਸੋਹਣੀ ਬੱਚੀ ਹੈ ਤੂੰ ਮੇਰੇ ਬੇਟੇ ਦੀ ਚੰਗੀ ਦੋਸਤ ਬਣੇਗੀ। ਜਿੰਨੀ ਛੇਤੀ ਹੋ ਸਕਦਾ ਸੀ, ਉਸ ਡੱਡੂ ਨੇ ਉਸ ਅਖਰੋਟ ਦੇ ਛਿਲਕੇ ਨੂੰ ਚੱਕ ਕੇ ਖਿੜਕੀ ਤੋਂ ਬਾਹਰ ਛਾਲ ਮਾਰੀ। ਘਰ ਦੇ ਨੇੜੇ ਇੱਕ ਦਲਦਲ ਸੀ। ਉਸੇ ਵਿੱਚ ਉਸ ਬਦਸੂਰਤ ਡੱਡੂ ਅਤੇ ਉਹਦੇ ਬੇਟੇ ਦਾ ਘਰ ਸੀ। ਉਸ ਡੱਡੂ ਦਾ ਬੇਟਾ ਓਨਾ ਹੀ ਬਦਸੂਰਤ ਸੀ ਜਿੰਨਾ ਕਿ ਉਹ ਖੁਦ ਸੀ। ਜਿਵੇਂ ਉਹਨੇ ਛੋਟੀ ਬੱਚੀ ਨੂੰ ਵੇਖਿਆ, ਉਹ ਜ਼ੋਰ-ਜ਼ੋਰ ਨਾਲ ਚੀਖਣ ਲੱਗਾ। ਚੀਖਣਾ ਬੰਦ ਕਰ, ਬੱਚੀ ਜਾਗ ਜਾਵੇਗੀ, ਤੇ ਜੇ ਉਹ ਜਾਗ ਗਈ ਤਾਂ ਇੱਥੋਂ ਭੱਜ ਜਾਵੇਗੀ। ਰੈਬਿਟ, ਪਿਓ ਅਤੇ ਪੁੱਤ ਨੇ ਰਲ ਕੇ ਬੱਚੀ ਦੇ ਲਈ ਇੱਕ ਜਗ੍ਹਾ ਬਣਾਈ ਜਿੱਥੇ ਉਹ ਰਹਿ ਸਕਦੀ ਸੀ। ਉਹਨਾਂ ਦੋਨਾਂ ਨੂੰ ਇੱਕ ਤਰਕੀਬ ਸੁੱਝੀ। ਕਿਉਂ ਨਾ ਅਸੀਂ ਇਸ ਬੱਚੀ ਨੂੰ ਨਦੀ ਦੇ ਕੋਲ ਕਿਸੇ ਇੱਕ ਲਿਲੀ ਦੇ ਫੁੱਲ ਵਿੱਚ ਰੱਖੀਏ, ਜਿੱਥੇ ਚਾਰੋਂ ਪਾਸੇ ਪਾਣੀ ਹੈ। ਉਹ ਉੱਥੋਂ ਭੱਜ ਵੀ ਨਹੀਂ ਸਕੇਗੀ ਇਹੋ ਜਿਹੀ ਥਾਂ ਤੋਂ। ਪਿਓ ਡੱਡੂ ਨੇ ਥੰਬਲੀਨਾ ਨੂੰ ਇੱਕ ਲਿਲੀ ਦੇ ਪੱਤੇ ਦੇ ਉੱਤੇ ਰੱਖਿਆ। ਸਵੇਰ ਦੇ ਟਾਈਮ ਸੂਰਜ ਦੀ ਕਿਰਨਾਂ ਦੇ ਨਾਲ ਥੰਬਲੀਨਾ ਜਾਗ ਗਈ। ਜਦ ਉਹਨੇ ਵੇਖਿਆ ਕਿ ਉਹ ਘਰ ਵਿੱਚ ਨਹੀਂ ਹੈ ਅਤੇ ਉਹਦੇ ਚਾਰੋਂ ਪਾਸੇ ਪਾਣੀ ਹੀ ਪਾਣੀ ਹੈ, ਤਾਂ ਉਹ ਡਰ ਕੇ ਰੋਣ ਲੱਗੀ। ਮੈਂ ਕਿੱਥੇ ਆ? ਦੋਵੇਂ ਡੱਡੂ ਥੰਬਲੀਨਾ ਦੇ ਕੋਲ ਪੁੱਜੇ। ਇਹ ਤੇਰਾ ਨਵਾਂ ਦੋਸਤ ਹੈ। ਮੈਂ ਤੇਰੇ ਲਈ ਨਵਾਂ ਘਰ ਬਣਾ ਰਿਹਾ ਹਾਂ। ਉਹ ਦਲਦਲ ਦੀ ਕਾਫੀ ਡੂੰਘਾਈ ਤੇ ਹੋਵੇਗਾ। ਦੋਵੇਂ ਡੱਡੂ ਥੰਬਲੀਨਾ ਦਾ ਪੰਘੂੜਾ ਲੈ ਕੇ ਤੈਰਦੇ ਹੋਏ ਉੱਥੋਂ ਚਲੇ ਗਏ, ਉਹਨੂੰ ਉੱਥੇ ਪੱਤਿਆਂ ਤੇ ਹੀ ਛੱਡ ਕੇ। ਉਸੇ ਵੇਲੇ ਉੱਥੇ ਕੁਝ ਲਾਲ ਮੱਛੀਆਂ ਤੈਰਦੇ ਹੋਏ ਪੁੱਜੀਆਂ ਅਤੇ ਉਹਨਾਂ ਨੇ ਉਸ ਬਦਸੂਰਤ ਡੱਡੂ ਦੀ ਗੱਲਾਂ ਸੁਣੀਆਂ। ਉਹਨਾਂ ਮੱਛੀਆਂ ਨੂੰ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਕਿ ਇੱਕ ਬਦਸੂਰਤ ਦਲਦਲ ਦਾ ਡੱਡੂ ਇੱਕ ਇੰਨੀ ਸੋਹਣੀ ਬੱਚੀ ਥੰਬਲੀਨਾ ਨੂੰ ਤਕਲੀਫ ਦੇ ਰਿਹਾ ਸੀ। ਤੂੰ ਚਿੰਤਾ ਨਾ ਕਰ, ਅਸੀਂ ਤੈਨੂੰ ਬਚਾਵਾਂਗੇ। ਸਾਰੀ ਮੱਛੀਆਂ ਨੇ ਉਸ ਲਿਲੀ ਦੇ ਫੁੱਲ ਦੇ ਪੱਤੇ ਦੀ ਡੰਡੀ ਨੂੰ ਚਬਾਣਾ ਸ਼ੁਰੂ ਕੀਤਾ, ਜਿਸ ਵਿੱਚ ਉਹ ਨਿੱਕੀ ਬੱਚੀ ਸੀ। ਸਿਰਫ ਇੱਕ ਪੱਤੇ ਦੇ ਸਹਾਰੇ ਥੰਬਲੀਨਾ ਉੱਥੋਂ ਪਾਣੀ ਤੇ ਤੈਰਦੇ ਹੋਏ ਨਿਕਲਣ ਵਿੱਚ ਕਾਮਯਾਬ ਹੋ ਗਈ। ਉਹ ਹਰਾ ਪੱਤਾ ਆਪਣੀ ਰਾਹ ਬਣਾਉਂਦੇ ਹੋਏ ਚਲਿਆ ਜਾ ਰਿਹਾ ਸੀ ਅਤੇ ਇਹ ਨਜ਼ਾਰਾ ਪੰਛੀ ਤਾਰੀਫ ਨਾਲ ਵੇਖ ਰਹੇ ਸਨ। ਕਿੰਨੀ ਸੋਹਣੀ ਅਤੇ ਨਿੱਕੀ ਹੈ ਉਹ। ਅਤੇ ਜਿਵੇਂ ਹੀ ਉਹ ਆਪਣੇ ਰਸਤੇ ਤੋਂ ਗੁਜ਼ਰ ਰਹੇ ਸਨ, ਉਹਨਾਂ ਦੇ ਸਾਹਮਣੇ ਇੱਕ ਵੱਡਾ ਜਿਹਾ ਮੇਹ ਬਗ ਆਇਆ। ਉਸ ਬਗ ਨੇ ਥੰਬਲੀਨਾ ਨੂੰ ਛੇਤੀ ਨਾਲ ਚੱਕਿਆ ਅਤੇ ਪੇੜ ਤੇ ਜਾ ਕੇ ਬਹਿ ਗਿਆ। ਆਪਣੇ ਆਪ ਨੂੰ ਪੇੜ ਤੇ ਪਾ ਕੇ ਥੰਬਲੀਨਾ ਕਾਫੀ ਘਬਰਾ ਗਈ। ਕਿਸ ਤਰ੍ਹਾਂ ਦਾ ਬਗ ਹੈ ਤੂੰ
ਅਤੇ ਮੈਨੂੰ ਇੱਥੇ ਕਿਉਂ ਲਿਆਇਆ ਹੈ? ਮੈਂ ਇੱਕ ਮੇਬਗ ਹਾਂ ਤੇ ਮੈਂ ਤੇਰੇ ਵਰਗੇ ਮੇਬਗ ਨੂੰ ਕਦੇ ਨਹੀਂ ਵੇਖਿਆ। ਇਸੇ ਲਈ ਤੈਨੂੰ ਇੱਥੇ ਲਿਆਇਆ ਹਾਂ ਤਾਂ ਜੋ ਮੇਰੇ ਦੋਸਤ ਤੈਨੂੰ ਵੇਖ ਸਕਣ। ਕੁਝ ਦੇਰ ਬਾਅਦ ਸਾਰੇ ਮੇਬਗ ਜੋ ਉਸ ਪੇੜ ਤੇ ਬੈਠੇ ਸੀ ਥੰਬਲੀਨਾ ਨੂੰ ਵੇਖਣ ਪਹੁੰਚ ਗਏ। ਉਹਨਾਂ ਸਾਰੇ ਮੇਬਗ ਨੂੰ ਉਸ ਨਿੱਕੀ ਬੱਚੀ ਦਾ ਰੂਪ ਵੇਖ ਕੇ ਜਲਨ ਹੋਣ ਲੱਗੀ। ਤੂੰ ਇੱਕ ਮਜ਼ੇਦਾਰ ਚੀਜ਼ ਹੈ। ਤੇਰੇ ਤਾਂ ਪੰਖ ਵੀ ਨਹੀਂ ਨੇ। ਕਿੰਨੀ ਬਦਸੂਰਤ ਹੈ, ਇਹਦੇ ਵੱਲ ਵੇਖ ਵੀ ਨਹੀਂ ਸਕਦਾ ਕੋਈ। ਤੂੰ ਆਜ਼ਾਦ ਹੈ, ਤੂੰ ਜਿੱਥੇ ਜਾਣਾ ਚਾਹੇ ਤੂੰ ਜਾ ਸਕਦੀ ਹੈ। ਸਾਨੂੰ ਤੇਰੇ ਵਰਗੀ ਬਦਸੂਰਤ ਚੀਜ਼ ਨਹੀਂ ਚਾਹੀਦੀ ਹੈ। ਥੰਬਲੀਨਾ ਨੇ ਪੂਰਾ ਗਰਮੀ ਦਾ ਮੌਸਮ ਕੱਲਿਆਂ ਹੀ ਗੁਜ਼ਾਰਿਆ। ਉਹਨੇ ਖੁਦ ਹੀ ਆਪਣੀ ਭੁੱਖ ਅਤੇ ਪਿਆਸ ਮਿਟਾਉਣ ਦੇ ਲਈ ਉਹਨਾਂ ਫੁੱਲਾਂ ਦਾ ਪਾਣੀ ਪੀ ਕੇ ਦਿਨ ਗੁਜ਼ਾਰੇ। ਕਾਫੀ ਦਿਨਾਂ ਬਾਅਦ ਜਦੋਂ ਸਰਦੀ ਦਾ ਮੌਸਮ ਆਇਆ ਤਾਂ ਉਹਨੂੰ ਠੰਡ ਲੱਗਣ ਲੱਗੀ ਕਿਉਂਕਿ ਉਹਨੇ ਗਰਮੀ ਦੇ ਕੱਪੜੇ ਪਾਏ ਹੋਏ ਸੀ। ਦੂਰ ਤੋਂ ਇੱਕ ਖੇਤ ਨਜ਼ਰ ਆ ਰਿਹਾ ਸੀ ਜੋ ਘਾਹ ਨਾਲ ਭਰਿਆ ਹੋਇਆ ਸੀ। ਕਾਫੀ ਦੇਰ ਚੱਲਣ ਤੋਂ ਬਾਅਦ ਥੰਬਲੀਨਾ ਉਸ ਖੇਤ ਵਿੱਚ ਜਾ ਪਹੁੰਚੀ। ਘਾਹ ਦੇ ਥੱਲੇ ਉਹਨੂੰ ਚੂਹਿਆਂ ਦਾ ਘਰ ਨਜ਼ਰ ਆਇਆ। ਖਾਣਾ ਮਿਲਣ ਦੀ ਉਮੀਦ ਵਿੱਚ ਥੰਬਲੀਨਾ ਨੇ ਬੂਹਾ ਖੜਕਾਇਆ ਅਤੇ ਥੋੜਾ ਜਿਹਾ ਜੌਂ ਮੰਗਿਆ। ਨੇਕ ਦਿਲ ਦੀ ਚੂਹੀ ਨੇ ਉਹਨੂੰ ਅੰਦਰ ਬੁਲਾ ਲਿਆ। ਥੰਬਲੀਨਾ ਨੇ ਫਟਾਫਟ ਅੰਦਰ ਜਾ ਕੇ ਸਾਰਾ ਖਾਣਾ ਖਾ ਲਿਆ ਜੋ ਚੂਹੀ ਨੇ ਉਹਨੂੰ ਦਿੱਤਾ। ਉਸ ਚੂਹੀ ਨੂੰ ਥੰਬਲੀਨਾ ਬਹੁਤ ਪਸੰਦ ਆਈ। ਜੇ ਤੂੰ ਮੈਨੂੰ ਹਰ ਦਿਨ ਇੱਕ ਕਹਾਣੀ ਸੁਣਾਵੇਂਗੀ ਤਾਂ ਮੈਂ ਸਰਦੀਆਂ ਖਤਮ ਹੋਣ ਤੱਕ ਤੈਨੂੰ ਇੱਥੇ ਰਹਿਣ ਦਿਆਂਗੀ। ਬੜੀ ਤਸੱਲੀ ਦੇ ਨਾਲ ਥੰਬਲੀਨਾ ਨੇ ਚੂਹੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿੱਤਾ। ਅੱਜ ਮੇਰਾ ਪੜੋਸੀ ਆਉਣ ਵਾਲਾ ਹੈ, ਉਹਦੀ ਹਾਲਤ ਮੇਰੇ ਤੋਂ ਚੰਗੀ ਹੈ। ਜੇ ਤੂੰ ਉਹਦੇ ਨਾਲ ਜਾਵੇਂਗੀ ਤਾਂ ਉਹ ਤੈਨੂੰ ਬੜੇ ਆਰਾਮ ਨਾਲ ਰੱਖੇਗਾ। ਪਰ ਇੱਕ ਗੱਲ ਦਾ ਧਿਆਨ ਰੱਖੀ, ਉਹਦੀ ਨਜ਼ਰ ਕਮਜ਼ੋਰ ਹੈ। ਤੂੰ ਆਪਣੀ ਸਭ ਤੋਂ ਚੰਗੀ ਪਰੀ ਕਹਾਣੀਆਂ ਸੁਣਾ ਕੇ ਉਹਨੂੰ ਹਮੇਸ਼ਾ ਰੁਝਾਈ ਰੱਖੀ। ਕੁਝ ਸਮੇਂ ਬਾਅਦ ਆਪਣੀ ਪਿੱਠ ਤੇ ਮਖਮਲੀ ਭਰ ਲਈ ਇੱਕ ਛਛੁੰਦਰ ਉੱਥੇ ਆਇਆ। ਥੰਬਲੀਨਾ ਨੂੰ ਉਹ ਛਛੁੰਦਰ ਕੁਝ ਖਾਸ ਪਸੰਦ ਨਹੀਂ ਆਇਆ, ਪਰ ਉਹਨੂੰ ਉਸ ਛਛੁੰਦਰ ਨੂੰ ਨਾਰਾਜ਼ ਨਹੀਂ ਕਰਨਾ ਸੀ, ਇਸ ਲਈ ਉਹ ਗਾਣਾ ਗਾਉਣ ਦੇ ਲਈ ਰਾਜ਼ੀ ਹੋਈ। Fly, fly, ladybug, wedding will be tomorrow. Mommy will buy you new shoes and clothes tomorrow. ਨਜ਼ਰ ਕਮਜ਼ੋਰ ਹੋਣ ਦੇ ਬਾਵਜੂਦ ਛਛੁੰਦਰ ਨੂੰ ਇਹ ਅਹਿਸਾਸ ਹੋਇਆ ਕਿ ਉਹਨੂੰ ਥੰਬਲੀਨਾ ਬਹੁਤ ਚੰਗੀ ਲੱਗਣ ਲੱਗ ਪਈ ਹੈ। ਮੈਂ ਇਸ ਪੂਰੇ ਰਸਤੇ ਖੱਡਾ ਖੋਦਦੇ ਹੋਏ ਇੱਥੇ ਪਹੁੰਚਿਆ ਹਾਂ। ਜੇ ਤੂੰ ਚਾਹਵੇਂ ਤਾਂ ਅਸੀਂ ਐਸੇ ਰਸਤੇ ਤੋਂ ਜਾ ਸਕਦੇ ਹਾਂ ਤੇ ਮੈਂ ਤੈਨੂੰ ਆਪਣਾ ਘਰ ਵਿਖਾ ਸਕਦਾ ਹਾਂ। ਅਤੇ ਉਹਨੇ ਉਹਨੂੰ ਘਰ ਲੈ ਜਾਣ ਦਾ ਫੈਸਲਾ ਕੀਤਾ। ਚੂਹੀ ਨੂੰ ਵੀ ਨਾਲ ਆਉਣ ਨੂੰ ਤਿਆਰ ਹੁੰਦਿਆਂ ਵੇਖ ਥੰਬਲੀਨਾ ਵੀ ਤਿਆਰ ਹੋ ਗਈ ਜਾਣ ਦੇ ਲਈ। ਉਹ ਲੋਕੀ ਉੱਥੋਂ ਜਾਣ ਲੱਗੇ। ਜਾਂਦੇ ਜਾਂਦੇ ਉਹਨਾਂ ਨੂੰ ਇੱਕ ਚਿੜੀ ਜ਼ਮੀਨ ਤੇ ਪਈ ਹੋਈ ਨਜ਼ਰ ਆਈ। ਉਹਦਾ ਸਿਰ ਉਹਦੇ ਪੰਖਾਂ ਨਾਲ ਢੱਕਿਆ ਹੋਇਆ ਸੀ। ਉਹਦੇ ਪੰਖ ਟੁੱਟੇ ਹੋਏ ਸੀ। ਇਹ ਚਿੜੀ ਇੱਥੇ ਨਹੀਂ ਸੀ ਜਦੋਂ ਮੈਂ ਆਇਆ। ਇਹ ਜ਼ਰੂਰ ਇਸ ਹੋਲ ਤੋਂ ਗਿਰੀ ਹੋਣੀ। ਥੰਬਲੀਨਾ ਨੇ ਜੰਗਲ ਵਿੱਚ ਚਿੜੀਆਂ ਨੂੰ ਖੁਦ ਦੇ ਬਾਰੇ ਗੱਲ ਕਰਦੇ ਹੋਏ ਸੁਣਿਆ ਸੀ। ਉਹਨਾਂ ਵਿੱਚੋਂ ਇੱਕ ਚਿੜੀ ਨੂੰ ਇਸ ਹਾਲਤ ਵਿੱਚ ਵੇਖ ਕੇ ਉਹਨੂੰ ਬੜਾ ਦੁੱਖ ਹੋਇਆ। ਚੂਹੀ ਅਤੇ ਛਛੁੰਦਰ ਦੀ ਨਜ਼ਰ ਬਚਾ ਕੇ ਉਹ ਚਿੜੀ ਦੇ ਕੋਲ ਗਈ ਅਤੇ ਉਸ ਨੂੰ ਚੁੰਮਿਆ। ਇਹ ਉਹਨਾਂ ਚਿੜੀਆਂ ਵਿੱਚੋਂ ਇੱਕ ਹੋਵੇਗੀ ਜੋ ਗਰਮੀਆਂ ਦੇ ਵਕਤ ਆਵਾਜ਼ ਕਰਦੀਆਂ ਸੀ। ਜੇ ਅਜਿਹਾ ਹੈ ਤਾਂ ਮੈਂ ਇਸ ਚਿੜੀ ਦੀ ਕਰਜ਼ਦਾਰ ਹਾਂ। ਚੱਲ ਥੰਬਲੀਨਾ, ਅਸੀਂ ਤੇਰਾ ਇੰਤਜ਼ਾਰ ਕਰ ਰਹੇ ਹਾਂ। ਉਹ ਉਸ ਰਾਤ ਸੌ ਨਹੀਂ ਪਾ ਰਹੀ ਸੀ। ਉਹਨੇ ਘਾਹ ਦੀ ਇੱਕ ਚਾਦਰ ਬਣਾਈ। ਕੋਰੀਡੋਰ ਵਿੱਚ ਜਾ ਕੇ ਉਹਨੇ ਉਸ ਚਿੜੀ ਤੇ ਪਾ ਦਿੱਤੇ। ਉਹਨੇ ਇੱਕ ਮਿੰਟ ਦੇ ਪੱਤੇ ਨੂੰ ਗਿੱਲਾ ਕਰਕੇ ਉਸ ਚਿੜੀ ਦੇ ਸਿਰ ਤੇ ਰੱਖਿਆ। ਛੇਤੀ ਠੀਕ ਹੋ ਜਾ ਸੋਹਣੀ ਚਿੜੀਏ। ਅਗਲੇ ਦਿਨ ਥੰਬਲੀਨਾ ਉਸ ਚਿੜੀ ਨੂੰ ਵੇਖਣ ਗਈ ਤਾਂ ਉਹਦੀਆਂ ਅੱਖਾਂ ਖੁੱਲੀਆਂ ਹੋਈਆਂ ਸਨ। ਮੈਂ ਤੇਰਾ ਸ਼ੁਕਰੀਆ ਅਦਾ ਕਿਵੇਂ ਕਰਾਂ? ਤੂੰ ਮੇਰਾ ਇੰਨਾ ਖਿਆਲ ਰੱਖਿਆ। ਹੁਣ ਮੈਂ ਬਹੁਤ ਛੇਤੀ ਠੀਕ ਹੋ ਜਾਵਾਂਗੀ। ਠੀਕ ਹੁੰਦੇ ਹੀ ਮੈਂ ਆਪਣੇ ਦੋਸਤਾਂ ਦੇ ਕੋਲ ਦੂਜੇ ਗਰਮ ਦੇਸ਼ਾਂ ਵਿੱਚ ਜਾ ਸਕਦੀ ਹਾਂ। ਪਰ ਬਹੁਤ ਠੰਡ ਹੈ, ਤੁਹਾਨੂੰ ਇਸ ਗਰਮ ਬੈੱਡ ਤੇ ਆਰਾਮ ਕਰਨਾ ਚਾਹੀਦਾ ਹੈ। ਥੰਬਲੀਨਾ ਨੇ ਉਹਨੂੰ ਆਰਾਮ ਕਰਨ ਦੀ ਨਸੀਹਤ ਦੇਣ ਤੋਂ ਬਾਅਦ ਉਹਦੇ ਲਈ ਇੱਕ ਫੁੱਲ ਦੀ ਪੰਖੜੀ ਵਿੱਚ ਪੀਣ ਦੇ ਲਈ ਪਾਣੀ ਲਿਆਂਦਾ ਅਤੇ ਉਸ ਚਿੜੀ ਨੂੰ ਪੁਆਇਆ। ਤੇ ਫਿਰ ਉਸਨੇ ਉਸ ਚਿੜੀ ਦੀ ਕਹਾਣੀ ਸੁਣੀ ਕਿ ਕਿਵੇਂ ਉਹ ਝਾੜੀਆਂ ਦੇ ਵਿੱਚ ਉੱਡ ਰਹੀ ਸੀ ਜਦ ਉਹਦੇ ਪੰਖ ਟੁੱਟ ਗਏ। ਆਖਰਕਾਰ ਠੰਡ ਦਾ ਮੌਸਮ ਚਲਾ ਗਿਆ ਅਤੇ ਸੂਰਜ ਆਪਣੀ ਰੌਸ਼ਨੀ ਨਾਲ
ਚਾਰੋਂ ਪਾਸੇ ਗਰਮਾਹਟ ਫੈਲਾਣ ਲੱਗਿਆ। ਚਿੜੀ ਨੂੰ ਪਤਾ ਚੱਲਿਆ ਕਿ ਹੁਣ ਉਹਨੂੰ ਥੰਬਲੀਨਾ ਨੂੰ ਅਲਵਿਦਾ ਕਹਿਣਾ ਹੈ। ਕੀ ਤੂੰ ਮੇਰੇ ਨਾਲ ਜੰਗਲ ਵਿੱਚ ਆਣਾ ਚਾਹੇਗੀ? ਮੈਂ ਤੁਹਾਡੇ ਨਾਲ ਆਣਾ ਚਾਹੁੰਦੀ ਹਾਂ, ਪਰ ਮੇਰੇ ਦੋਸਤ ਚੂਹੇ ਨੂੰ ਬੁਰਾ ਲੱਗੇਗਾ। ਮੈਂ ਉਹਨੂੰ ਛੱਡ ਕੇ ਨਹੀਂ ਆ ਸਕਦੀ। ਜੇ ਅਜਿਹਾ ਹੈ ਤਾਂ ਫਿਰ ਗੁੱਡ ਬਾਏ ਥੰਬਲੀਨਾ, ਅਸੀਂ ਫਿਰ ਕਿਸੇ ਹੋਰ ਦਿਨ ਮਿਲਾਂਗੇ। ਹੰਝੂ ਭਰੀਆਂ ਨਜ਼ਰਾਂ ਨਾਲ ਥੰਬਲੀਨਾ ਉਸ ਚਿੜੀ ਨੂੰ ਉੜਦੇ ਹੋਏ ਵੇਖ ਰਹੀ ਸੀ। ਗਰਮੀ ਨੂੰ ਆਂਦਿਆਂ ਵੇਖ ਥੰਬਲੀਨਾ ਦੀ ਚਿੰਤਾ ਹੋਰ ਵੱਧ ਗਈ। ਗਰਮੀਆਂ ਸ਼ੁਰੂ ਹੋ ਗਈਆਂ ਨੇ, ਹੁਣ ਉਸ ਮਖਮਲੀ ਫਰ ਵਾਲੀ ਛਛੁੰਦਰ ਨਾਲ ਤੇਰਾ ਵਿਆਹ ਕਰਨਾ ਹੈ। ਚੱਲ ਅਸੀਂ ਕੁਝ ਚੰਗੇ ਕੱਪੜੇ ਲੈ ਆਉਂਦੇ ਹਾਂ। ਠੰਡ ਦਾ ਮੌਸਮ ਆ ਗਿਆ ਹੈ। ਮੇਰੇ ਨਾਲ ਜ਼ਮੀਨ ਦੇ ਥੱਲੇ ਰਹਿਣ ਲਈ ਤਿਆਰ ਹੋ ਜਾ ਮੇਰੀ ਪਿਆਰੀ ਥੰਬਲੀਨਾ। ਥੰਬਲੀਨਾ ਉਸ ਜ਼ਮੀਨ ਦੇ ਥੱਲੇ ਠੰਡ ਅਤੇ ਅੰਧੇਰੇ ਵਿੱਚ ਜਾਣ ਤੋਂ ਪਹਿਲਾਂ ਇੱਕ ਆਖਰੀ ਵਾਰ ਬਾਹਰ ਗਈ ਤਾਂ ਜੋ ਉਹ ਸੂਰਜ ਨੂੰ ਵੇਖ ਸਕੇ। ਜਿਵੇਂ ਹੀ ਉਹ ਅੰਦਰ ਆਣ ਲੱਗੀ, ਉਹਦੇ ਸਿਰ ਦੇ ਉੱਪਰ ਇੱਕ ਚਿੜੀ ਦੀ ਆਵਾਜ਼ ਆਈ। ਉਹਨੇ ਉੱਪਰ ਵੇਖਿਆ ਤਾਂ ਉਹ ਉਹਦੀ ਪਿਆਰੀ ਚਿੜੀ ਸੀ ਜਿਹਦੀ ਜਾਨ ਉਹਨੇ ਬਚਾਈ ਸੀ। ਥੰਬਲੀਨਾ ਨੇ ਚਿੜੀ ਨੂੰ ਦੱਸਿਆ ਕਿ ਛਛੁੰਦਰ ਉਹਦੇ ਨਾਲ ਜ਼ਬਰਦਸਤੀ ਵਿਆਹ ਕਰਨਾ ਚਾਹੁੰਦਾ ਹੈ ਤੇ ਉਹਨੂੰ ਜ਼ਮੀਨ ਦੇ ਥੱਲੇ ਰਹਿਣਾ ਪਵੇਗਾ। ਸਰਦੀਆਂ ਆਉਣ ਵਾਲੀਆਂ ਨੇ ਅਤੇ ਅਸੀਂ ਸਾਰੇ ਗਰਮ ਦੇਸ਼ਾਂ ਵਿੱਚ ਜਾ ਰਹੇ ਹਾਂ। ਤੂੰ ਸਾਡੇ ਨਾਲ ਆ ਸਕਦੀ ਹੈ। ਤੂੰ ਮੇਰੀ ਜਾਨ ਬਚਾਈ ਹੈ ਅਤੇ ਮੈਂ ਤੇਰਾ ਅਹਿਸਾਨ ਚੁਕਾਉਣਾ ਚਾਹੁੰਦੀ ਹਾਂ। ਇਸ ਵਾਰ ਥੰਬਲੀਨਾ ਨੇ ਚਿੜੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿੱਤਾ ਅਤੇ ਥੰਬਲੀਨਾ ਉਸ ਚਿੜੀ ਦੇ ਨਾਲ ਉੱਡ ਕੇ ਚਲੀ ਗਈ। ਜੰਗਲਾਂ, ਨਦੀਆਂ, ਬਰਫ਼ ਨਾਲ ਢੱਕੇ ਹੋਏ ਪਹਾੜਾਂ ਦੇ ਉੱਪਰ ਤੋਂ ਹੁੰਦੇ ਹੋਏ ਕੁਝ ਸਮੇਂ ਬਾਅਦ ਉਹ ਦੋਹੇਂ ਗਰਮ ਦੇਸ਼ਾਂ ਵਿੱਚ ਪਹੁੰਚ ਗਈਆਂ ਜੋ ਬਹੁਤ ਹੀ ਸੋਹਣਾ ਸੀ। ਸੂਰਜ ਦੀ ਤੇਜ਼ ਕਿਰਨਾਂ ਨਾਲ ਪੂਰਾ ਆਕਾਸ਼ ਚਮਕ ਰਿਹਾ ਸੀ। ਇਹ ਮੇਰਾ ਘਰ ਹੈ। ਇਹਨਾਂ ਫੁੱਲਾਂ ਵਿੱਚੋਂ ਕੋਈ ਵੀ ਸੋਹਣਾ ਜਿਹਾ ਫੁੱਲ ਆਪਣੇ ਲਈ ਚੁਣ ਲੈ। ਇਹ ਵਾਲਾ ਬਹੁਤ ਸੋਹਣਾ ਹੈ। ਚਿੜੀ ਨੇ ਥੰਬਲੀਨਾ ਨੂੰ ਉਸ ਫੁੱਲ ਤੇ ਰੱਖਿਆ। ਥੰਬਲੀਨਾ ਉਸ ਸੋਹਣੇ ਵਾਤਾਵਰਣ ਵਿੱਚ ਬਹੁਤ ਖੁਸ਼ ਸੀ। ਉਸ ਸੋਹਣੇ ਫੁੱਲ ਤੇ ਬਹਿ ਕੇ ਉਸ ਦੀ ਬਾਰੀਕੀਆਂ ਨੂੰ ਗੌਰ ਨਾਲ ਵੇਖ ਰਹੀ ਸੀ। ਉਸ ਫੁੱਲ ਦੇ ਅੰਦਰ ਇੱਕ ਛੋਟਾ ਜਿਹਾ ਬੱਚਾ ਬੈਠਾ ਹੋਇਆ ਸੀ ਜੋ ਸ਼ੀਸ਼ੇ ਦੀ ਤਰ੍ਹਾਂ ਚਮਕ ਰਿਹਾ ਸੀ। ਇਹ ਬੱਚਾ ਉਸ ਫੁੱਲ ਦਾ ਰਾਜਕੁਮਾਰ ਸੀ। ਉੱਥੇ ਹਰ ਫੁੱਲ ਦਾ ਇੱਕ ਰਾਜਕੁਮਾਰ ਸੀ। ਉਹ ਇੱਕ ਉਂਗਲੀ ਜਿੰਨਾ ਉੱਚਾ ਸੀ, ਜਿਹਦੇ ਚਮਕਦੇ ਹੋਏ ਪੰਖ ਸੀ ਅਤੇ ਸਿਰ ਤੇ ਇੱਕ ਸੁਨਹਿਰਾ ਤਾਜ ਸੀ। ਉਸ ਰਾਜਕੁਮਾਰ ਨੇ ਪਹਿਲੀ ਵਾਰ ਇੰਨੀ ਸੋਹਣੀ ਕੁੜੀ ਵੇਖੀ ਸੀ ਜੋ ਉਸੇ ਦੀ ਕੱਦ ਕਾਠੀ ਦੀ ਸੀ। ਤੇਰਾ ਨਾਂ ਕੀ ਹੈ ਸੋਹਣੀ ਕੁੜੀਏ? ਮੇਰਾ ਨਾਂ ਹੈ ਥੰਬਲੀਨਾ। ਉਸ ਰਾਜਕੁਮਾਰ ਨੇ ਆਪਣਾ ਸੁਨਹਿਰਾ ਤਾਜ ਲਾ ਕੇ ਥੰਬਲੀਨਾ ਦੇ ਸਿਰ ਉੱਤੇ ਰੱਖ ਦਿੱਤਾ। ਜੇ ਤੂੰ ਮੇਰੇ ਨਾਲ ਵਿਆਹ ਕੀਤਾ ਤਾਂ ਤੂੰ ਇਹਨਾਂ ਸਾਰੇ ਫੁੱਲਾਂ ਦੀ ਰਾਣੀ ਬਣ ਜਾਵੇਂਗੀ। ਇੰਨੀ ਤਕਲੀਫਾਂ ਵਿੱਚ ਰਹਿਣ ਦੇ ਬਾਅਦ ਇੰਨੀ ਸੋਹਣੀ ਜਗ੍ਹਾ ਤੇ ਹੋਣ ਦੀ ਵਜ੍ਹਾ ਕਰਕੇ ਥੰਬਲੀਨਾ ਨੇ ਖੁਸ਼ੀ-ਖੁਸ਼ੀ ਉਸ ਰਾਜਕੁਮਾਰ ਦੀ ਪੇਸ਼ਕਸ਼ ਸਵੀਕਾਰ ਕਰ ਲਿੱਤੀ। ਉਸ ਰਾਜਕੁਮਾਰ ਨੇ ਥੰਬਲੀਨਾ ਦਾ ਹੱਥ ਫੜਿਆ ਅਤੇ ਉਸੇ ਵੇਲੇ ਥੰਬਲੀਨਾ ਦੇ ਮੋਢਿਆਂ ਦੇ ਪਿੱਛੇ 2 ਪੰਖ ਉੱਭਰ ਆਏ। ਥੰਬਲੀਨਾ ਹੁਣ ਇੱਕ ਪਰੀ ਬਣ ਚੁੱਕੀ ਸੀ। ਉਹ ਦੋਵੇਂ ਖੁਸ਼ੀ ਨਾਲ ਆਪਣਾ ਜੀਵਨ ਬਿਤਾਉਣ ਲੱਗੇ। ਇੱਕ ਵਕਤ ਦੀ ਗੱਲ ਹੈ, ਬਹੁਤ ਦੂਰ ਇੱਕ ਥਾਂ ਤੇ 2 ਬੈਸਟ ਫਰੈਂਡ ਸੀ ਜਿਹੜੇ ਕੋਲ-ਕੋਲ ਦੇ ਟਾਊਨ ਵਿੱਚ ਰਹਿੰਦੇ ਸੀ। ਉਹਨਾਂ ਦੇ ਨਾਮ ਸੀ ਕੇ ਅਤੇ ਗ੍ਰੇਡਾ। ਕੇ ਅਤੇ ਗ੍ਰੇਡਾ ਨੇ ਇੱਕ ਰੋਜ਼ ਲਾਇਆ ਆਪਣੇ ਵਿਹੜੇ ਵਿੱਚ, ਆਪਣੇ ਪਿਆਰ ਦੀ ਨਿਸ਼ਾਨੀ ਮੰਨ ਕੇ। ਇਹ ਰੋਜ਼ਸ ਉਹਨਾਂ ਦੇ ਨਾਲ ਹੀ ਵੱਡੇ ਹੋਣ ਲੱਗੇ। ਸਿਆਲਾਂ ਦਾ ਮੌਸਮ ਸੀ
ਅਤੇ ਹਰ ਪਾਸੇ ਬਰਫ਼ ਹੀ ਬਰਫ਼ ਪੈ ਰਹੀ ਸੀ ਅਤੇ ਉਹਦੇ ਨਾਲ ਹੀ ਵਕਤ ਆ ਗਿਆ ਸੀ ਗ੍ਰੇਡਾ ਦੀ ਬੇਬੇ ਤੋਂ ਮਜ਼ੇਦਾਰ ਕਹਾਣੀਆਂ ਸੁਣਨ ਦਾ। ਇਹ ਸਿਆਲ ਤੇ ਬਰਫ਼ ਕਿੱਥੋਂ ਆਉਂਦੇ ਨੇ? ਬਹੁਤ ਦੂਰ ਤੋਂ, ਬੇਬੇ ਨੇ ਜਵਾਬ ਦਿੱਤਾ ਅਤੇ ਸ਼ੁਰੂ ਕੀਤੀ ਆਪਣੀ ਕਹਾਣੀ। ਇੱਕ ਦੇਸ਼ ਸੀ, ਬਰਫ਼ ਹੀ ਬਰਫ਼ ਹਰ ਪਾਸੇ। ਉੱਥੋਂ ਦੀ ਰਾਣੀ ਕੱਲੀ ਰਹਿੰਦੀ ਸੀ ਆਪਣੀ ਬਰਫ਼ ਦੀ ਕੈਸਲ ਵਿੱਚ, ਜਿਹੜਾ ਉਹਨੇ ਆਪੇ ਹੀ ਬਣਾਇਆ ਸੀ। ਇਹ ਸਨੋ ਕੁਈਨ ਬੜੀ ਸੋਹਣੀ ਸੀ ਅਤੇ ਗੋਰੀ ਵੀ ਬਰਫ਼ ਵਰਗੀ। ਪਰ ਸਨੋ ਕੁਈਨ ਦਿਲ ਦੀ ਮਾੜੀ ਸੀ। ਆਈਸ ਕੈਸਲ ਵਿੱਚ ਕਈ ਸਾਰੇ ਰਾਜ਼ ਲੁਕੋ ਕੇ ਰੱਖੇ ਹੋਏ ਸੀ। ਉਹਦਾ ਆਈਸ ਮਿਰਰ ਵੀ ਇੱਕ ਜਾਦੂ ਦਾ ਮਿਰਰ ਸੀ। ਇਹਦੇ ਵਿੱਚ ਹੀ ਉਹ ਦੁਨੀਆ ਵਿੱਚ ਕਿੱਥੇ ਕੀ ਹੋ ਰਿਹਾ ਹੈ ਸਭ ਵੇਖ ਸਕਦੀ ਸੀ। ਉਸੇ ਵੇਲੇ ਗ੍ਰੇਡਾ ਨੂੰ ਇੰਜ ਲੱਗਿਆ ਜਿਵੇਂ ਸਨੋ ਕੁਈਨ ਉਹਨੂੰ ਬਾਰੀ ਵਿੱਚੋਂ ਵੇਖ ਰਹੀ ਸੀ। ਕੀ ਬੇਬੇ ਜੀ ਵੇਖੋ, ਸਨੋ ਕੁਈਨ ਬਾਰੀ ਤੇ। ਓਏ ਕੋਈ ਬਿੱਲੀ ਹੋਗੀ, ਠੰਡ ਤੋਂ ਪਰੇਸ਼ਾਨ। ਬੇਬੇ ਜੀ ਕੀ ਸਨੋ ਕੁਈਨ ਇੱਥੇ ਆ ਸਕਦੀ ਹੈ? ਆਉਣ ਦੋ, ਮੈਂ ਉਸੇ ਵੇਲੇ ਉਹਨੂੰ ਚੁੱਕ ਕੇ ਚਿਮਨੇ 'ਚ ਸੁੱਟ ਦਾਂਗਾ, ਪਿਘਲ ਕੇ ਪਾਣੀ ਹੋ ਜਾਊਗੀ ਵਾਟਰ ਕੁਈਨ। ਆਪਣੇ ਆਈਸੀ ਮਿਰਰ ਵਿੱਚ ਸਨੋ ਕੁਈਨ ਨੇ ਵੇਖਿਆ ਕਿ ਕੀ ਬੋਲ ਰਿਹਾ ਸੀ। ਤਾਂ ਤੂੰ ਮੈਨੂੰ ਚਿਮਨੀ ਵਿੱਚ ਸੁੱਟੇਂਗਾ ਤੇ ਵਾਟਰ ਕੁਈਨ ਬਣਾਵੇਂਗਾ? ਮੇਰੇ ਆਈ ਸਪਾਰਕਲਸ, ਜਾਓ, ਮੇਰੀ ਸ਼ਕਤੀ ਨਾਲ ਇਸ ਮੁੰਡੇ ਨੂੰ ਲੱਭੋ। ਉਹਦਾ ਦਿਲ ਅਤੇ ਉਹਦੀਆਂ ਅੱਖਾਂ ਮੈਨੂੰ ਚਾਹੀਦੀਆਂ ਨੇ। ਉਹਦੀ ਨਜ਼ਰ ਵਿੱਚ ਬੁਰਾਈ ਭਰ ਦਿਓ ਅਤੇ ਉਹਦੇ ਦਿਲ ਵਿੱਚੋਂ ਪਿਆਰ ਨੂੰ ਕੱਢ ਸੁੱਟੋ। ਹੌਲੀ-ਹੌਲੀ ਇੱਕ ਬਰਫੀਲੀ ਹਨੇਰੀ ਗ੍ਰੇਡਾ ਦੇ ਘਰ ਦੇ ਕੋਲ ਤੇਜ਼ ਹੋਣ ਲੱਗੀ। ਆਈ ਸਪਾਰਕਲ ਉਹਦੇ ਵੱਲ ਨੂੰ ਹੀ ਆ ਰਹੇ ਸੀ। ਬਾਹਰ ਕੀ ਹੋ ਰਿਹਾ ਹੈ ਇਹ ਵੇਖਣ ਲਈ ਕੇ ਨੇ ਬਾਰੀ ਖੋਲੀ। ਗ੍ਰੇਡਾ ਉਸੇ ਵੇਲੇ ਜ਼ੋਰ ਨਾਲ ਬੋਲੀ, ਪਰ ਦੇਰ ਹੋ ਚੁੱਕੀ ਸੀ। ਮੇਰੀਆਂ ਅੱਖਾਂ, ਕੁਝ ਪੈ ਗਿਆ ਅੱਖਾਂ 'ਚ ਔਰ ਦਿਲ ਵਿੱਚ। ਕੀ ਹੈ ਇਹ ਸਭ? ਅਤੇ ਉਸੇ ਵੇਲੇ ਆਈ ਸਪਾਰਕਲਸ ਨੇ ਸਨੋ ਕੁਈਨ ਦਾ ਕੰਮ ਕਰ ਦਿੱਤਾ ਸੀ। ਉਹਦੀਆਂ ਅੱਖਾਂ ਅਤੇ ਦਿਲ ਤੇ ਸੱਟ ਲੱਗ ਚੁੱਕੀ ਸੀ ਅਤੇ ਕੇ ਬਦਲ ਚੁੱਕਿਆ ਸੀ। ਗ੍ਰੇਡਾ ਨੇ ਪੁੱਛਿਆ ਉਹਨੂੰ ਕੀ ਹੋਇਆ, ਪਰ ਉਹ ਮੁੜ ਕੇ ਉਹਦੇ ਉੱਤੇ ਚਿল্ਲਾਇਆ, ਕੁਝ ਨਹੀਂ ਹੋਇਆ, ਠੀਕ ਹਾਂ, ਪਰੇਸ਼ਾਨ ਨਾ ਕਰ। ਇਹ ਪਹਿਲੀ ਵਾਰੀ ਸੀ ਕਿ ਗ੍ਰੇਡਾ ਨਾਲ ਇੰਨੀ ਬਦਤਮੀਜ਼ੀ ਨਾਲ ਬੋਲਿਆ। ਗ੍ਰੇਡਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਏਦਾਂ ਦਾ ਕਿਉਂ ਹੋ ਗਿਆ। ਕੇ ਨੇ ਸਵੇਰੇ ਵੀ ਬਦਤਮੀਜ਼ੀ ਕੀਤੀ ਸੀ ਜਦੋਂ ਉਹ ਆਪਣਾ ਸਲੇ ਬਾਹਰ ਕੱਢ ਰਿਹਾ ਸੀ। ਗ੍ਰੇਡਾ ਨੇ ਪੁੱਛਿਆ ਕਿ ਕਿੱਥੇ ਜਾ ਰਹੇ ਹੋ? ਉਹ ਮੁੜ ਕੇ ਉਹਦੇ ਉੱਤੇ ਭੜਕ ਪਿਆ। ਉਹ ਸਲੇ ਉੱਤੇ ਚੜ ਕੇ ਤੁਰ ਗਿਆ। ਗ੍ਰੇਡਾ ਉਹਦੇ ਤੱਕ ਨਹੀਂ ਪੁੱਜ ਸਕੀ। ਅਚਾਨਕ ਉਹਦੇ ਸਾਹਮਣੇ ਸਨੋ ਕੁਈਨ ਆ ਗਈ ਅਤੇ ਕੇ ਉਹਦੇ ਪਿੱਛੇ ਪਿੱਛੇ ਤੁਰ ਪਿਆ। ਗ੍ਰੇਡਾ ਕੁਝ ਵੀ ਨਹੀਂ ਕਰ ਸਕੀ ਤੇ ਕੇ ਗਾਇਬ ਹੋ ਗਿਆ। ਸਨੋ ਕੁਈਨ ਉਹਨੂੰ ਆਪਣੇ ਆਈਸ ਕੈਸਲ ਵਿੱਚ ਲੈ ਕੇ ਜਾ ਰਹੀ ਸੀ। ਗ੍ਰੇਡਾ ਬਾਰੀ ਤੇ ਖੜੀ ਉਹਦੀ ਰਾਹ ਵੇਖਦੀ ਰਹੀ। ਦਿਨ ਮਹੀਨੇ ਲੰਘ ਗਏ ਅਤੇ ਸਿਆਲਾਂ ਦਾ ਮੌਸਮ ਵੀ ਚਲਾ ਗਿਆ, ਪਰ ਕੇ ਨਹੀਂ ਆਇਆ। ਆਪੇ ਹੀ ਕੁਝ ਕਰਨ ਦੀ ਸੋਚ ਕੇ ਗ੍ਰੇਡਾ ਨਿਕਲ ਪਈ ਆਪਣੇ ਦੋਸਤ ਨੂੰ ਲੱਭਣ, ਨਾਲ ਸਿਰਫ ਬੇਬੇ ਦਾ ਦਿੱਤਾ ਹੋਇਆ ਮਿਰਰ ਲੈ ਕੇ। ਬਹਾਦਰ ਗ੍ਰੇਡਾ ਨੇ ਰਸਤੇ ਵਿੱਚ ਹਰ ਇੱਕ ਬੰਦੇ ਨੂੰ ਪੁੱਛਿਆ ਕਿ ਉਹਨਾਂ ਨੇ ਕੇ ਨੂੰ ਵੇਖਿਆ ਹੈ। ਲੱਭਦੇ ਲੱਭਦੇ ਉਹ ਨਦੀ ਤੱਕ ਪਹੁੰਚ ਗਈ। ਆਲੇ ਦੁਆਲੇ ਉਹਨੂੰ ਕੋਈ ਨਹੀਂ ਦਿਸਿਆ ਜਿਹੜਾ ਉਹਨੂੰ ਕੇ ਦੇ ਬਾਰੇ ਵਿੱਚ ਦੱਸ ਸਕੇ। ਉਹਨੇ ਨਦੀ ਤੋਂ ਪੁੱਛਿਆ, ਪਰ ਕੋਈ ਜਵਾਬ ਨਹੀਂ ਮਿਲਿਆ। ਇਹਦੇ ਵਿੱਚ ਸਿਨਕਰੋ ਆਇਆ ਉਹਦੇ ਕੋਲ ਤੇ ਬੋਲਿਆ, ਨਦੀ ਕੋਲ ਜਵਾਬ ਹੈ ਤੁਹਾਡੇ ਵਾਸਤੇ, ਪਰ ਪਹਿਲੇ ਉਹਨੂੰ ਇੱਕ ਗਿਫਟ ਦੇਣਾ ਪਏਗਾ। ਗ੍ਰੇਡਾ ਨੇ ਆਪਣਾ ਫੇਵਰਿਟ ਨੈਕਲੇਸ ਕੱਢ ਕੇ ਨਦੀ ਨੂੰ ਗਿਫਟ ਦੇ ਦਿੱਤਾ। ਉਸੇ ਵੇਲੇ ਇੱਕ ਜਾਦੂ ਜਿਹਾ ਹੋਇਆ ਅਤੇ ਇੱਕ ਬੋਟ ਹਾਜ਼ਰ ਹੋ ਗਈ।
ਗ੍ਰੇਡਾ ਨੇ ਸੋਚਿਆ ਕਿ ਨਦੀ ਨੂੰ ਉਹਦਾ ਗਿਫਟ ਚੰਗਾ ਲੱਗਿਆ ਹੈ ਅਤੇ ਬੋਟ ਉਹਨੂੰ ਰਿਟਰਨ ਗਿਫਟ ਦਿੱਤਾ ਹੈ। ਉਹਦੇ ਚੜ੍ਹਦੇ ਹੀ ਬੋਟ ਆਪੇ ਤੁਰ ਪਈ। ਬੋਟ ਜਾ ਕੇ ਕੰਢੇ ਤੇ ਰੁਕੀ। ਉੱਥੇ ਇੱਕ ਸੀਕ੍ਰੇਟ ਗਾਰਡਨ ਸੀ ਜਿਹਦੇ ਵਿੱਚ ਫੁੱਲ ਹੀ ਫੁੱਲ ਸੀ, ਰੰਗ ਬਿਰੰਗੇ। ਇੰਨਾ ਸੋਹਣਾ ਗਾਰਡਨ ਉਹਨੇ ਪਹਿਲਾਂ ਕਦੇ ਨਹੀਂ ਵੇਖਿਆ ਸੀ, ਪਰ ਕੁਝ ਗੜਬੜ ਸੀ। ਇਹਨਾਂ ਫੁੱਲਾਂ ਵਿੱਚ ਵਾਸ਼ਨਾ ਨਹੀਂ ਸੀ। ਗਾਰਡਨ ਦੇ ਦੂਜੇ ਪਾਸਿਓਂ ਇੱਕ ਜਨਾਨੀ ਉਹਦੇ ਵੱਲ ਆ ਰਹੀ ਸੀ। ਇਹ ਗਾਰਡਨ ਦੀ ਓਨਰ ਸੀ। ਕੀ ਹਾਲ ਚਾਲ ਪਿਆਰੀ ਕੁੜੀਏ, ਮੁਸਕਰਾ ਕੇ ਉਹਨੇ ਕਿਹਾ ਅਤੇ ਉਹਨੂੰ ਅਚਾਨਕ ਮਹਿਸੂਸ ਹੋਇਆ ਕਿ ਉਹਦੇ ਗਾਰਡਨ ਦੇ ਫੁੱਲਾਂ ਵਿੱਚੋਂ ਵਾਸ਼ਨਾ ਫੇਰ ਤੋਂ ਆ ਰਹੀ ਹੈ। ਆਮ ਸੌਰੀ, ਮੈਂ ਤੁਹਾਡੀ ਪਰਮਿਸ਼ਨ ਲਿੱਤੇ ਬਿਨਾਂ ਆ ਗਈ। ਕੋਈ ਗੱਲ ਨਹੀਂ ਧੀਏ, ਚੰਗਾ ਹੋਇਆ ਤੂੰ ਇੱਥੇ ਆਈ। ਕਈ ਸਾਲਾਂ ਤੋਂ ਕੋਈ ਆਇਆ ਹੀ ਨਹੀਂ ਮੇਰੇ ਗਾਰਡਨ ਵਿੱਚ। ਤੂੰ ਕੱਲੀ ਇੱਥੇ ਕੀ ਕਰ ਰਹੀ ਹੈ? ਗ੍ਰੇਡਾ ਨੇ ਫਲਾਵਰ ਲੇਡੀ ਨੂੰ ਕਿਹਾ ਕਿ ਉਹ ਆਪਣੇ ਦੋਸਤ ਕੇ ਨੂੰ ਲੱਭ ਰਹੀ ਹੈ, ਪਰ ਫਲਾਵਰ ਲੇਡੀ ਨੇ ਕਿਹਾ ਕਿ ਗ੍ਰੇਡਾ ਤੋਂ ਪਹਿਲਾਂ ਸਾਲਾਂ ਤੱਕ ਉਹਨੇ ਕੋਈ ਹੋਰ ਬੰਦਾ ਇੱਥੇ ਨਹੀਂ ਵੇਖਿਆ। ਤਾਂ ਮੈਨੂੰ ਫਿਰ ਮੁੜ ਕੇ ਰੋਡ ਤੇ ਜਾਣਾ ਚਾਹੀਦਾ ਹੈ। ਮੈਨੂੰ ਕੇ ਨੂੰ ਲੱਭਣਾ ਪਵੇਗਾ। ਫਲਾਵਰ ਲੇਡੀ ਨਹੀਂ ਚਾਹੁੰਦੀ ਸੀ ਕਿ ਗ੍ਰੇਡਾ ਕਿਤੇ ਵੀ ਜਾਵੇ, ਇਸ ਕਰਕੇ ਉਹਨੇ ਇੱਕ ਝੂਠ ਬੋਲਿਆ। ਕੀ ਨਾਮ ਦੱਸਿਆ? ਸ਼ਾਇਦ ਵੇਖਿਆ ਹੋਵੇ ਉਹਨੂੰ ਕਿਤੇ। ਗ੍ਰੇਡਾ ਨੇ ਫਲਾਵਰ ਲੇਡੀ ਨੂੰ ਸਭ ਕੁਝ ਦੱਸਿਆ ਅਤੇ ਜਦੋਂ ਫਲਾਵਰ ਲੇਡੀ ਨੇ ਸਨੋ ਕੁਈਨ ਦਾ ਨਾਮ ਸੁਣਿਆ, ਉਹ ਭੜਕ ਗਈ। ਸਨੋ ਕੁਈਨ? ਉਹਦਾ ਤਾਂ ਨਾਮ ਵੀ ਨਾ ਲੈ। ਉਹਦੇ ਕਰਕੇ ਹੀ ਮੇਰੇ ਫੁੱਲਾਂ ਵਿੱਚੋਂ ਵਾਸ਼ਨਾ ਚਲੀ ਗਈ ਸੀ। ਫਿਰ ਅਚਾਨਕ ਉਹਦਾ ਦਿਲ ਕੀਤਾ ਕਿ ਉਹ ਗ੍ਰੇਡਾ ਦੇ ਬਾਲ ਬਣਾਵੇ। ਗ੍ਰੇਡਾ ਨੂੰ ਸਮਝ ਨਹੀਂ ਆਇਆ ਕਿ ਕਿਉਂ, ਪਰ ਉਹਨੇ ਜਿੱਦ ਕੀਤੀ। ਗ੍ਰੇਡਾ ਨੂੰ ਇਹ ਨਹੀਂ ਪਤਾ ਸੀ ਕਿ ਉਹ ਇੱਕ ਜਾਦੂਈ ਕੰਘੀ ਸੀ। ਇਸ ਕੰਘੀ ਦੇ ਜਾਦੂ ਨਾਲ ਗ੍ਰੇਡਾ ਸਭ ਕੁਝ ਭੁੱਲ ਗਈ। ਹੁਣ ਸਿਰਫ ਖੁਸ਼ੀਆਂ ਯਾਦ ਸੀ। ਫਲਾਵਰ ਲੇਡੀ ਮਾੜੀ ਨਹੀਂ ਸੀ। ਉਹਨੇ ਇਹ ਸਭ ਚੰਗੀ ਨੀਅਤ ਨਾਲ ਕੀਤਾ ਸੀ। ਜਦੋਂ ਉਹ ਆਪਣੀ ਨੀਂਦ ਵਿੱਚੋਂ ਜਾਗੀ, ਗ੍ਰੇਡਾ ਨੂੰ ਕੁਝ ਯਾਦ ਨਹੀਂ ਰਿਹਾ। ਉਹ ਇੱਥੇ ਕਿੱਦਾਂ ਆਈ, ਕਿਉਂ ਆਈ, ਕੁਝ ਵੀ ਨਹੀਂ। ਫਿਰ ਉਹਨੂੰ 2 ਰੋਜ਼ਸ ਦਿਸੇ ਫਲਾਵਰ ਲੇਡੀ ਦੇ ਹੈਟ ਵਿੱਚ ਅਤੇ ਕੁਝ ਯਾਦ ਆਉਣ ਲੱਗਾ। ਪਿਆਰ ਦੇ ਅੱਗੇ ਕਿਹੜਾ ਜਾਦੂ ਚੱਲਿਆ ਹੈ? ਉਹਨੂੰ ਨਹੀਂ ਪਤਾ ਸੀ ਉਹ ਕਿੰਨੀ ਦੇਰ ਇੱਥੇ ਸੁੱਤੀ ਰਹੀ, ਪਰ ਉਹਦੀਆਂ ਪਿਆਰੀਆਂ ਯਾਦਾਂ ਮੁੜ ਆਈਆਂ। ਉਹ ਫਿਰ ਨਦੀ ਕੋਲ ਗਈ ਅਤੇ ਬੋਟ ਤਾਂ ਉੱਥੇ ਹੀ ਸੀ, ਪਰ ਜਾਣਾ ਕਿੱਥੇ ਹੈ ਇਹ ਪਤਾ ਨਹੀਂ ਸੀ। ਉਸੇ ਵੇਲੇ ਇੱਕ ਕਰੋ ਉਹਦੇ ਕੋਲ ਆਇਆ। ਲੱਗਦਾ ਸੀ ਜਿਵੇਂ ਉਹ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਅਤੇ ਗ੍ਰੇਡਾ ਉਹਦੇ ਪਿੱਛੇ ਪਿੱਛੇ ਤੁਰ ਪਈ ਅਤੇ ਉਹ ਪਹੁੰਚੇ ਆਈਸ ਸੀ ਵਿੱਚ। ਉੱਥੇ ਹੀ ਇੱਕ ਪਾਇਰੇਟ ਸ਼ਿਪ ਤੇ ਜਾ ਕੇ ਉਹ ਕਰੋ ਬੈਠ ਗਿਆ। ਗ੍ਰੇਡਾ ਹੌਲੀ ਜਿਹੇ ਉਸ ਸ਼ਿਪ ਕੋਲ ਪਹੁੰਚੀ। ਤਾਂ ਇਹ ਸ਼ਿਪ ਮੈਨੂੰ ਲੈ ਕੇ ਜਾਵੇਗਾ ਕੁਈਨ ਦੀ ਕੈਸਲ? ਅਚਾਨਕ ਕੁਝ ਪਾਇਰੇਟ ਉੱਥੇ ਆ ਗਏ ਅਤੇ ਉਹਨਾਂ ਵਿੱਚੋਂ ਇੱਕ ਪਾਇਰੇਟ ਕੁੜੀ ਨੇ ਗ੍ਰੇਡਾ ਨਾਲ ਗੱਲ ਕੀਤੀ। ਤੂੰ ਉੱਥੇ ਜਾਵੇਗੀ ਜਿੱਥੇ ਅਸੀਂ ਜਾਵਾਂਗੇ ਅਤੇ ਅਸੀਂ ਕਿਤੇ ਵੀ ਨਹੀਂ ਜਾ ਰਹੇ। ਉਸੇ ਵੇਲੇ ਸਨੋ ਕੁਈਨ ਕੋਸ਼ਿਸ਼ ਕਰ ਰਹੀ ਸੀ ਕਿ ਆਪਣਾ ਪਾਸਟ ਭੁੱਲ ਜਾਵੇ। ਕਾਫੀ ਕੁਝ ਤਾਂ ਉਹ ਭੁੱਲ ਗਿਆ ਸੀ, ਪਰ ਗ੍ਰੇਡਾ ਉਹਨੂੰ ਨਹੀਂ ਭੁੱਲ ਰਹੀ ਸੀ। ਬਹੁਤ ਜਲਦੀ ਤੇਰਾ ਦਿਲ ਵੀ ਠੰਡਾ ਕਰ ਦਵਾਂਗੀ, ਫਿਰ ਕੁਝ ਵੀ ਨਹੀਂ ਯਾਦ ਰਹੇਗਾ ਤੈਨੂੰ। ਪਾਇਰੇਟ ਗਰਲ ਨੂੰ ਜਦੋਂ ਪਤਾ ਲੱਗਿਆ ਗ੍ਰੇਡਾ ਤੇ ਕੇ ਦੀ ਕਹਾਣੀ ਦਾ, ਉਹਨੇ ਕਿਹਾ ਕਿ ਉਹਨੂੰ ਭੁੱਲ ਜਾ, ਕਿਉਂਕਿ ਉਹਦਾ ਨਿਕਲਣਾ ਇੰਪੋਸੀਬਲ ਹੈ। ਮੇਰਾ ਬੈਸਟ ਫਰੈਂਡ ਹੈ ਕਿ ਮੈਂ ਉਹਨੂੰ ਲੱਭ ਕੇ ਹੀ ਰਵਾਂਗੀ। ਪਾਇਰੇਟ ਗਰਲ ਨੂੰ ਇਹ ਜ਼ਿੱਦ ਅਜੀਬ ਲੱਗ ਰਹੀ ਸੀ। ਐਕਚੁਅਲੀ ਉਹ ਚਾਹੁੰਦੀ ਸੀ ਕਿ ਉਹ ਉਹਦੇ ਨਾਲ ਹੀ ਰਹੇ, ਉਹਦੀ ਫਰੈਂਡ ਬਣ ਕੇ, ਪਰ ਗ੍ਰੇਡਾ ਜਿੱਦ ਦੀ ਪੱਕੀ ਸੀ। ਉਹਨੂੰ ਤਾਂ ਮੈਂ ਬਚਾਣਾ ਹੀ ਹੈ। ਉਹਦੀ ਕੋਈ ਦੋਸਤ ਨਹੀਂ ਸੀ, ਇਸ ਕਰਕੇ
ਪਾਇਰੇਟ ਗਰਲ ਨੂੰ ਗ੍ਰੇਡਾ ਦੀ ਇਹ ਜ਼ਿੱਦ ਬੜੀ ਚੰਗੀ ਲੱਗੀ ਅਤੇ ਉਹ ਉਹਦੇ ਨਾਲ ਤੁਰ ਪਈ। ਅਗਲੀ ਸਵੇਰ ਉਹ ਉਹਦੇ ਵਾਸਤੇ ਇੱਕ ਰੇਂਡੀਅਰ ਲੈ ਕੇ ਆਈ। ਇਹ ਪੂਰੇ ਸਨੋ ਕਿੰਗਡਮ ਦੀ ਫਾਸਟੈਸਟ ਰੇਂਡੀਅਰ ਸੀ। ਉਹ ਗ੍ਰੇਡਾ ਨੂੰ ਰਾਹ ਦੱਸਣ ਵਾਲੀ ਸੀ। ਪ੍ਰੋਮਿਸ ਕਰੋ ਕਿ ਤੁਸੀਂ ਸਨੋ ਕੁਈਨ ਨੂੰ ਫੜੋਗੇ ਅਤੇ ਮੇਰੇ ਸ਼ਿਪ ਨੂੰ ਵੀ ਬਚਾਵੋਗੇ। ਪ੍ਰੋਮਿਸ, ਮੈਂ ਮੁੜ ਕੇ ਜ਼ਰੂਰ ਆਵਾਂਗੀ। ਰੇਂਡੀਅਰ ਉੱਤੇ ਬਹਿ ਕੇ ਗ੍ਰੇਡਾ ਜਾ ਰਹੀ ਸੀ। ਉਹਨੂੰ ਪਹਿਲਾਂ ਇਹ ਜਾਣਨਾ ਸੀ ਕਿ ਸਨੋ ਕੁਈਨ ਨੂੰ ਕਿਵੇਂ ਹਰਾਣਾ ਹੈ ਅਤੇ ਰੇਂਡੀਅਰ ਉਹਨੂੰ ਇਹ ਸੀਕ੍ਰੇਟ ਦੱਸਣ ਵਾਲੀ ਸੀ। ਕਾਫੀ ਦੇਰ ਤੁਰ ਕੇ ਉਹ ਨਾਰਥ ਪੋਲ ਪਹੁੰਚੇ। ਉਹਨੂੰ ਇੱਕ 올ਡ ਮੈਨ ਮਿਲਿਆ। ਤੇ ਤੁਸੀਂ ਉਹ ਮਿਰਰ ਤੋੜ ਦਿੱਤਾ ਹੈ ਨਾ? ਗ੍ਰੇਡਾ ਨੂੰ ਸਮਝ ਨਹੀਂ ਆਇਆ ਕਿ 올ਡ ਮੈਨ ਨੂੰ ਮਿਰਰ ਦੇ ਬਾਰੇ ਵਿੱਚ ਕਿਵੇਂ ਪਤਾ ਸੀ, ਪਰ ਉਹਨੂੰ ਇਹ ਪਤਾ ਸੀ ਕਿ ਉਹ ਸਹੀ ਥਾਂ ਆਈ ਹੈ ਤੇ ਉਹਨੇ ਉਹਨਾਂ ਨੂੰ ਉਹ ਮਿਰਰ ਦਿਖਾਇਆ। ਤੇ ਮੈਂ ਸਨੋ ਕੁਈਨ ਨੂੰ ਇਹਦੇ ਨਾਲ ਹੀ ਹਰਾ ਦੇਵਾਂਗੀ। ਇਹ ਤਾਂ ਮੈਜਿਕ ਮਿਰਰ ਹੈ। ਇਹਦੇ 'ਚ ਸੱਚ ਦਿਖਦਾ ਹੈ, ਸਿਰਫ ਸੱਚ। ਅਗਰ ਸੱਚ ਕਿੱਥੇ ਲੁਕਿਆ ਹੋਵੇ ਤਾਂ ਵੀ ਦਿਖਦਾ ਹੈ। ਪਿਆਰ ਨਾਲੋਂ ਜ਼ਿਆਦਾ ਸਟਰੋਂਗ ਤਾਂ ਕੁਝ ਵੀ ਨਹੀਂ ਹੁੰਦਾ। ਇਸ ਕਰਕੇ ਅਸਲੀ ਤਾਕਤ ਤਾਂ ਸਾਡੇ ਵਿੱਚ ਹੈਗੀ ਹੀ ਹੈ, ਪਿਆਰ ਦੀ ਤਾਕਤ। ਗ੍ਰੇਡਾ ਨੂੰ ਪਤਾ ਲੱਗਿਆ ਕਿ ਸਨੋ ਕੁਈਨ ਕੌਣ ਸੀ। ਇਹਨਾਂ ਦੀ ਬਦੌਲਤ ਅਗਰ ਉਹ ਸੱਚ ਦਿਖਾ ਦੇਵੇ ਤਾਂ ਉਹ ਉਹਨੂੰ ਹਰਾ ਵੀ ਸਕਦੀ ਹੈ, ਕਿਉਂਕਿ ਸਨੋ ਕੁਈਨ ਵੀ ਪਹਿਲਾਂ ਇੱਕ ਚੰਗੀ ਕੁੜੀ ਸੀ। ਪਿਆਰ ਨਾਲ ਭਰੀ ਹੋਈ ਜਿੱਥੇ ਵੀ ਉਹ ਛੂ ਲੈਂਦੀ ਸੀ ਫੁੱਲ ਖਿੜ ਜਾਂਦੇ ਸੀ ਅਤੇ ਉਹਦੀ ਸਮਾਈਲ ਵਿੱਚ ਸੂਰਜ ਵਰਗੀ ਚਮਕ ਸੀ। ਉਹ ਇੱਕ ਬਹੁਤ ਖੁਸ਼ ਕੁੜੀ ਸੀ। ਉਹਦਾ ਨਾਮ ਸੀ ਲਾਈਲਾ। ਪਰ ਸਭ ਨੂੰ ਲੱਗਦਾ ਸੀ ਕਿ ਉਹ ਇੱਕ ਜਾਦੂਗਰਨੀ ਹੈ ਅਤੇ ਇਸ ਕਰਕੇ ਕੋਈ ਉਹਦੇ ਨਾਲ ਨਾ ਖੇਡਦਾ ਸੀ ਨਾ ਗੱਲ ਕਰਦਾ ਸੀ। ਕੱਲੇਪਨ ਨੇ ਉਹਦੀ ਖੁਸ਼ੀ ਖੋਹ ਲਈ। ਉਹਨੇ ਆਪਣੇ ਆਲੇ ਦੁਆਲੇ ਸਾਰੇ ਲੋਕਾਂ ਨਾਲ ਨਫ਼ਰਤ ਹੋਣ ਲੱਗ ਪਈ ਅਤੇ ਇੱਕ ਦਿਨ ਉਹਨੇ ਇੱਕ ਵਿਸ਼ ਕੀਤੀ, ਜਿਹੜਾ ਵੀ ਮੈਨੂੰ ਤੰਗ ਕਰੇਗਾ ਉਹ ਆਈਸ ਬਣ ਜਾਵੇਗਾ। ਅਤੇ ਫਿਰ ਉਹਨੇ ਆਪਣਾ ਸਨੋ ਕੈਸਲ ਬਣਾਇਆ, ਸਭ ਤੋਂ ਦੂਰ, ਕੱਲੇ, ਖੁਸ਼ੀਆਂ ਤੋਂ ਵੀ ਦੂਰ। ਗ੍ਰੇਡਾ ਸਨੋ ਕੈਸਲ ਵਿੱਚ ਪਹੁੰਚੀ ਅਤੇ ਉਹਨੇ ਉੱਥੇ ਕੇ ਨੂੰ ਵੇਖਿਆ, ਆਈਸ ਦੀਆਂ ਮੂਰਤੀਆਂ ਬਣਾਉਂਦੇ ਹੋਏ। ਆਖਿਰ ਮੈਨੂੰ ਤੂੰ ਮਿਲ ਗਿਆ ਕੇ। ਤੂੰ ਭੁੱਲ ਗਿਆ ਮੈਨੂੰ? ਮੈਂ ਗ੍ਰੇਡਾ। ਕੇ ਨੇ ਗ੍ਰੇਡਾ ਵੱਲ ਵੇਖਿਆ ਪਰ ਪਛਾਣਿਆ ਨਹੀਂ। ਇੱਥੇ ਮੌਜੂਦ ਹਰ ਚੀਜ਼ ਦੀ ਤਰ੍ਹਾਂ ਇਹਦਾ ਦਿਲ ਵੀ ਬਰਫ਼ ਦਾ ਬਣ ਚੁੱਕਿਆ ਹੈ। ਗ੍ਰੇਡਾ ਨੇ ਉਹਦੀ ਗੱਲ ਨੂੰ ਅਣਸੁਣਾ ਕਰ ਦਿੱਤਾ। ਛੱਡ ਇਹਨੂੰ, ਇਹ ਹੁਣ ਮੇਰਾ ਹੈ। ਮੈਂ ਤੈਨੂੰ ਵੀ ਬਰਫ਼ ਦਾ ਬਣਾ ਦੇਵਾਂਗੀ। ਨਹੀਂ ਕਰੇਂਗੀ ਤੂੰ ਏਦਾਂ ਕਿ ਆਈ ਲਵ ਯੂ। ਉਹਨੂੰ ਯਾਦ ਆਇਆ, ਗ੍ਰੇਡਾ, ਹਾਂ ਮੈਨੂੰ ਯਾਦ ਆਇਆ। ਗੁੱਸੇ ਵਿੱਚ ਸਨੋ ਕੁਈਨ ਨੇ ਆਪਣਾ ਵੌਂਡ ਘੁਮਾਇਆ ਜ਼ੋਰ ਨਾਲ ਅਤੇ ਉਸ ਵਿੱਚੋਂ ਨਿਕਲੀ ਖਤਰਨਾਕ ਕਰਸ ਆਫ ਆਈਸ। ਉਸੇ ਵੇਲੇ ਗ੍ਰੇਡਾ ਨੇ ਆਪਣਾ ਮਿਰਰ ਕੱਢਿਆ ਅਤੇ ਉਹ ਕਰਸ ਉਹਦੇ ਨਾਲ ਟਕਰਾ ਕੇ ਗਾਇਬ ਹੋ ਗਿਆ। ਸਨੋ ਕੁਈਨ ਨੇ ਗ੍ਰੇਡਾ ਦੇ ਮਿਰਰ ਵਿੱਚ ਵੇਖਿਆ ਅਤੇ ਉਹਨੂੰ ਕੁਝ ਅਜੀਬ ਲੱਗਿਆ, ਕਿਉਂਕਿ ਉਹਨੂੰ ਉਹਦੇ ਵਿੱਚ ਦਿਸਿਆ ਲਾਈਲਾ ਦਾ ਚਿਹਰਾ। ਅਚਾਨਕ ਸਨੋ ਕੁਈਨ ਆਪਣੇ ਪਿਆਰੇ ਜਿਹੇ ਰੂਪ ਵਿੱਚ ਬਦਲ ਗਈ। ਉਹ ਲਾਈਲਾ ਬਣ ਗਈ। ਥੈਂਕ ਯੂ ਵੈਰੀ ਮਚ। ਹੁਣ ਮੈਂ ਜਾਣਦੀ ਹਾਂ ਕਿ ਮੈਂ ਕੌਣ ਹਾਂ। ਮੈਂ ਫੇਰ ਤੋਂ ਆਜ਼ਾਦ ਹੋ ਗਈ ਹਾਂ। ਬਾਏ ਬਾਏ। ਕੇ ਤੇ ਗ੍ਰੇਡਾ ਇੱਕ ਦੂਜੇ ਨੂੰ ਵੇਖ ਕੇ ਮੁਸਕਰਾਏ। ਹੁਣ ਤੋਂ ਉਹ ਹਮੇਸ਼ਾ ਨਾਲ-ਨਾਲ ਰਹਿਣਗੇ, ਨਾਲ-ਨਾਲ ਵੱਡੇ ਹੋਣਗੇ। ਉਹਨਾਂ ਦੋਨੋਂ ਰੋਜ਼ਿਸ ਦੀ ਤਰ੍ਹਾਂ ਜਿਹੜੇ ਉਹਨਾਂ ਦੇ ਵਿਹੜੇ ਵਿੱਚ ਸੀ।